ਜੋ ਵੱਡ ਤੇ ਲਘੂ ਕਰ ਜੋਆ। ਤੇ ਕਹਿੰਦੇ ਫਿਰ ਜਿਹੜਾ ਵੱਡਾ ਪਰਮੇਸ਼ਰ ਹੈ ਉਹਨੂੰ ਤੂੰ ਛੋਟਾ ਕਰਕੇ ਵੇਖਿਆ। ਜਿਹੜਾ ਵੱਡਾ ਪਰਮੇਸ਼ਰ ਹੈ ਤੂੰ ਉਹਨੂੰ ਏਡਾ ਛੋਟਾ ਵੇਖਿਆ ਵੀ ਇੱਕ ਪੱਥਰ ਨੂੰ ਤੂੰ ਰੱਬ ਮੰਨੀ ਬੈਠਾ ਹੈ। ਪ੍ਰਭ ਸਭ ਤੇ ਵੱਡੋ ਵਡੇਰੋ। ਉਹ ਜੋ ਪ੍ਰਭੂ ਹੈ ਉਹ ਤਾਂ ਸਾਰਿਆਂ ਤੋਂ ਵੱਡਾ ਹੈ, ਸਾਰਿਆਂ ਤੋਂ ਵਡੇਰਾ ਹੈ। ਸੋ ਪਾਹਨ ਇਹ ਮਤ ਤੇਰੋ। ਤੇਰਾ ਇਹ ਮਤ ਹੈ ਵੀ ਉਹ ਜੋ ਪਰਮੇਸ਼ਰ ਸਾਰਿਆਂ ਨਾਲੋਂ ਵੱਡਾ ਹੈ ਇਹ ਪੱਥਰ ਹੈ। ਤੇਰਾ ਇਹ ਮਤ ਹੈ, ਇਹ ਸਿਧਾਂਤ ਹੈ। ਤੂੰ ਕਿਹੜਾ ਸਿਧਾਂਤ ਲਈ ਬੈਠਾ ਹੈ? ਇਸ ਪੱਥਰ ਨੂੰ ਤੂੰ ਰੱਬ ਕਹੀ ਜਾਂਦਾ, ਰੱਬ ਮੰਨੀ ਬੈਠਾ ਹੈ। ਜਿਹੜਾ ਰੱਬ, ਜਿਹੜਾ ਪਰਮੇਸ਼ਰ ਸਾਰਿਆਂ ਨਾਲੋਂ ਵੱਡਾ ਹੈ, ਤੂੰ ਇੱਕ ਤੁਛ ਪੱਥਰ ਨੂੰ ਰੱਬ ਮੰਨੀ ਬੈਠਾ ਹੈ। ਸਭ ਹੂੰ ਤੇ ਲਘੂ ਕਰ ਦੀਨਾ। ਕਹਿੰਦੇ ਤੂੰ ਤਾਂ ਜਿਹੜਾ ਵੱਡਿਆਂ ਤੋਂ ਵੱਡਾ ਪਰਮੇਸ਼ਰ ਹੈ ਉਹਨੂੰ ਸਾਰਿਆਂ ਤੋਂ ਛੋਟਾ ਕਰ ਦਿੱਤਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਵੱਡਿਆਂ ਤੋਂ ਵੱਡਾ ਹੈ ਤੂੰ ਉਹਨੂੰ ਸਾਰਿਆਂ ਤੋਂ ਛੋਟਾ ਕਰ ਦਿੱਤਾ ਹੈ। ਕਿਮ ਹੋਵੇ ਪ੍ਰਭੂ ਪਰਸੀਨਾ। ਤੇ ਕਹਿੰਦੇ ਫਿਰ ਦੱਸੋ ਪੰਡਤ ਜੀ, ਉਹ ਪ੍ਰਭੂ ਤੁਹਾਡੇ ਤੇ ਕਿਵੇਂ ਪ੍ਰਸੰਨ ਹੋਵੇਗਾ? ਉਹ ਤੁਹਾਡੇ ਤੇ ਕਿਵੇਂ ਖੁਸ਼ ਹੋਵੇਗਾ? ਜਗ ਪਾਤਸ਼ਾਹ ਵੱਡ ਜੋਈ। ਜਗਤ ਦਾ ਕੋਈ ਵੱਡਾ ਪਾਤਸ਼ਾਹ ਹੋਵੇ, ਸਾਰੇ ਸੰਸਾਰ ਦਾ ਚੱਕਰਵਰਤੀ ਬਾਦਸ਼ਾਹ ਹੋਵੇ, ਤੈ ਮੀਆਂ ਕਹਿ ਕੋਈ। ਤੇ ਦੁਨੀਆ ਦਾ ਚੱਕਰਵਰਤੀ ਬਾਦਸ਼ਾਹ ਹੋਵੇ ਤੇ ਉਹਨੂੰ ਕੋਈ ਮੀਆਂ ਮੀਆਂ ਆਖੀ ਜਾਵੇ ਕਿ ਮੀਆਂ ਜੀ, ਮੀਆਂ ਜੀ। ਮਨ ਲਖੈ ਕਰੋ ਵਡਿਆਈ। ਤੇ ਆਪਣੇ ਮਨ ਵਿੱਚ ਇਹ ਜਾਣਦਾ ਹੋਵੇ ਵੀ ਇਹਨੂੰ ਮੀਆਂ ਜੀ ਕਹਿ ਕੇ ਮੈਂ ਇਹਦੀ ਵਡਿਆਈ ਕਰੀ ਜਾਂਦਾ ਹਾਂ। ਕਿ ਮਰੀਜੈ ਦਿਓ 부ਝਾਈ। ਤੇ ਤੁਸੀਂ ਦੱਸੋ ਵੀ ਉਹ ਜਗਤ ਦਾ ਜਿਹੜਾ ਚੱਕਰਵਰਤੀ ਬਾਦਸ਼ਾਹ ਉਹਦੇ ਉੱਤੇ ਕਿਵੇਂ ਪ੍ਰਸੰਨ ਹੋਵੇਗਾ? ਉਹਦੇ ਉੱਤੇ ਕਿਵੇਂ ਖੁਸ਼ ਹੋਵੇਗਾ? ਹੈ ਚੱਕਰਵਰਤੀ ਬਾਦਸ਼ਾਹ, ਉਹਨੂੰ ਕੋਈ ਆਖੀ ਜਾਵੇ ਮੀਆਂ ਜੀ ਤੇ ਮਨ ਵਿੱਚ ਇਹ ਸੋਚੇ ਵੀ ਇਹਦੀ ਮੈਂ ਵਡਿਆਈ ਕਰ ਰਿਹਾ, ਤੇ ਉਹ ਬਾਦਸ਼ਾਹ ਉਹਦੇ ਉੱਤੇ ਕਿਵੇਂ ਪ੍ਰਸੰਨ ਹੋਵੇਗਾ, ਕਿਵੇਂ ਖੁਸ਼ ਹੋਵੇਗਾ? ਅਸ ਮੇਰੋ ਠਾਕੁਰ ਜੋਈ। ਮਹਾਰਾਜ ਕਹਿੰਦੇ ਮੇਰਾ ਜੋ ਠਾਕੁਰ ਹੈ, ਮੇਰਾ ਜੋ ਭਾਈ ਪਰਮੇਸ਼ਰ ਹੈ, ਸਭ ਹਿਨ ਤੇ ਉਪਰ ਸੋਈ। ਉਹ ਸਾਰਿਆਂ ਤੋਂ ਉੱਤੇ ਹੈ, ਉਹ ਸਭ ਤੋਂ ਉੱਚਾ ਹੈ। ਤੈ ਰੂਪ ਸੁਨੋ ਤਿਜ ਕਾਨਾ। ਤੇ ਹੇ ਦਿਜ ਜੀ, ਹੇ ਪੰਡਤ ਜੀ, ਤੁਸੀਂ ਆਪਣੇ ਕੰਨਾਂ ਵਿੱਚ ਉਹਦਾ ਹੁਣ ਸਰੂਪ ਸੁਣੋ। ਜਿਹੜਾ ਮੇਰਾ ਠਾਕੁਰ ਹੈ ਨਾ, ਹਮਰਾ ਠਾਕੁਰ ਸਭ ਤੇ ਉੱਚਾ, ਜਿਹੜਾ ਸਾਡਾ ਠਾਕੁਰ ਹੈ ਉਹਦਾ ਤੁਸੀਂ ਹੁਣ ਰੂਪ ਕੰਨ ਦੇ ਕੇ ਸੁਣੋ। ਤਬ ਸ਼੍ਰੀ ਗੁਰ ਸ਼ਬਦ ਬਖਾਨਾ। ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੁਰਕੀ ਬਾਣੀ ਦਾ, ਰੱਬੀ ਬਾਣੀ ਦਾ ਸ਼ਬਦ ਉਚਾਰਨ ਕੀਤਾ ਹੈ। ਆਸਾ ਮਹੱਲਾ ਪੰਜਵਾ। ਆਸਾ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਆਠ ਪਹਿਰ ਉਦਕ ਇਸਨਾਨੀ। ਗੁਰੂ ਰੂਪ ਖਾਲਸਾ ਜੀ, ਇਹ ਜੋ ਪਾਵਨ ਸ਼ਬਦ ਹੈ, ਇਸ ਦਾ ਜੋ ਅਰਥ ਹੈ ਉਹ ਰਹਾਉ ਤੋਂ ਤੁਰਦਾ ਹੈ। ਸਾਲ ਗਰਾਮ ਹਮਾਰੇ ਸੇਵਾ, ਪੂਜਾ ਅਰਚਾ ਬੰਦਨ ਦੇਵਾ। ਇਥੋਂ ਅਰਥ ਇਸ ਸ਼ਬਦ ਦਾ ਤੁਰਦਾ ਹੈ। ਮਹਾਰਾਜ ਕਹਿੰਦੇ ਸਾਡੇ ਕੋਲ ਵੀ ਸਾਲ ਗ੍ਰਾਮ ਹੈ। ਪੰਡਤ ਜੀ, ਸਾਡੇ ਵਿੱਚ ਵੀ ਸਾਲ ਗ੍ਰਾਮ ਦੀ ਪੂਜਾ ਹੈ, ਪਰ ਦੇਵਾ ਸਾਡਾ ਜੋ ਸਾਲ ਗ੍ਰਾਮ ਹੈ, ਸਾਡਾ ਜੋ ਠਾਕੁਰ ਹੈ, ਦੇਵਾ ਕਹੀਏ ਉਹ ਪ੍ਰਕਾਸ਼ ਸਰੂਪ ਹੈ। ਤੇ ਕਹਿੰਦੇ ਉਹ ਜੋ ਪ੍ਰਕਾਸ਼ ਸਰੂਪ ਹੈ, ਅਸੀਂ ਭਾਈ ਉਹਦੀ ਪੂਜਾ ਕਰਦੇ ਹਾਂ ਤੇ ਉਹਦੇ ਅੱਗੇ ਮੱਥਾ ਟੇਕਦੇ ਹਾਂ। ਫਿਰ ਸਾਡਾ ਜੋ ਠਾਕੁਰ ਹੈ ਭਾਈ ਪ੍ਰਕਾਸ਼ ਸਰੂਪ, ਉਹ ਕਦੇ ਕਦੇ ਨਹੀਂ ਨਹਾਉਂਦਾ,
ਉਹ ਅੱਠੇ ਪਹਿਰ ਨਹਾਉਂਦਾ ਹੈ। ਆਠ ਪਹਿਰ ਉਦਕ ਇਸ਼ਨਾਨੀ, ਉਦਕ ਕਹਿੰਦੇ ਪਾਣੀ ਨੂੰ। ਉਹ ਅੱਠੇ ਪਹਿਰ ਪਾਣੀ ਵਿੱਚ ਨਹਾਉਂਦਾ ਹੈ। ਕਿਵੇਂ? ਕਿਉਂਕਿ ਪਾਣੀ ਵਿੱਚ ਉਹ ਵਿਆਪਕ ਹੈ, ਜਲ ਵਿੱਚ ਉਹ ਵਿਆਪਕ ਹੈ। ਵਿਆਪਕ ਹੋਣ ਕਰਕੇ ਉਹਨੂੰ ਇਸ਼ਨਾਨ ਕਰਾਉਣ ਦੀ ਲੋੜ ਨਹੀਂ, ਉਹ ਤਾਂ ਅੱਠੇ ਪਹਿਰ ਹੀ ਇਸ਼ਨਾਨ ਕਰੀ ਜਾਂਦਾ ਹੈ। ਮਹਾਰਾਜ ਕਹਿੰਦੇ ਸਾਡਾ ਠਾਕੁਰ ਭਾਈ ਐਸਾ ਹੈ। ਸਦਈ ਭੋਗ ਲਗਾਏ ਸੋ ਗਿਆਨੀ। ਫਿਰ ਇਸੇ ਤਰ੍ਹਾਂ ਉਹ ਸਦਾ ਹੀ ਭੋਗ ਲਾਉਂਦਾ ਹੈ। ਕਿਉਂ? ਕਿਉਂਕਿ ਭੋਗਤਾ ਵੀ ਉਹ ਆਪ ਹੈ, ਭੋਗਤਾ ਉਹ ਆਪ ਹੈ। ਇਸ ਕਰਕੇ ਉਹ ਸਦਾ ਹੀ ਭੋਗ ਲਾਉਂਦਾ ਹੈ। ਤੇ ਸੋ ਗਿਆਨੀ, ਸੋ ਗਿਆਨੀ ਕਹੀਏ, ਕਹਿੰਦੇ ਉਹ ਕੋਈ ਜੜ ਵਸਤੂ ਨਹੀਂ ਹੈ, ਉਹ ਸ੍ਰੇਸ਼ਟ ਗਿਆਨ ਵਾਲਾ ਸਰਬੱਗ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਡਤ ਉਹ ਸਾਲਗ੍ਰਾਮ ਦਾ ਜਿਹੜਾ ਪੱਥਰ ਹੈ ਉਹਨੂੰ ਰੱਬ ਮੰਨੀ ਬੈਠਾ ਹੈ, ਉਹਨੂੰ ਠਾਕੁਰ ਮੰਨੀ ਬੈਠਾ ਹੈ। ਤੇ ਮਹਾਰਾਜ ਕਹਿੰਦੇ ਸਾਲਗ੍ਰਾਮ ਤਾਂ ਸਾਡੇ ਵੀ ਹੈ, ਸਾਡੇ ਵੀ ਸਾਲਗ੍ਰਾਮ ਦੀ ਪੂਜਾ ਹੈ। ਪਰ ਜਿਹੜਾ ਸਾਡਾ ਸਾਲਗ੍ਰਾਮ ਹੈ ਉਹ ਕੋਈ ਜੜ ਵਸਤੂ ਨਹੀਂ, ਉਹ ਸ੍ਰੇਸ਼ਟ ਗਿਆਨ ਵਾਲਾ ਹੈ, ਉਹ ਭਾਈ ਸਰਬੱਗ ਹੈ। ਬਿਰਥਾ ਕਾਹੂ ਛੋਟੈ ਨਾਈ। ਜਿਹੜਾ ਵੀ ਉਹਨੂੰ ਮੰਨਦਾ ਹੈ, ਪੂਜਦਾ ਹੈ, ਉਹਨੂੰ ਬਿਰਥਾ ਨਹੀਂ ਛੱਡਦਾ, ਭਾਵ ਕਿ ਖਾਲੀ ਨਹੀਂ ਛੱਡਦਾ, ਉਹ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦਾ ਹੈ। ਸਾਡਾ ਠਾਕੁਰ, ਸਾਡਾ ਸਾਲਗ੍ਰਾਮ ਐਸਾ ਹੈ। ਜਿਹੜਾ ਉਹਨੂੰ ਸੇਵਦਾ ਹੈ, ਜਿਹੜਾ ਉਹਨੂੰ ਪੂਜਦਾ ਹੈ, ਉਹ ਭਾਈ ਉਹਨੂੰ ਖਾਲੀ ਨਹੀਂ ਛੱਡਦਾ। ਫਿਰ ਬਿਰਥਾ ਦਾ ਅਰਥ ਪੀੜਾ ਵੀ ਹੈ। ਗੁਰੂ ਰੂਪ ਖਾਲਸਾ ਜੀ ਮਹਾਰਾਜ ਕਹਿੰਦੇ ਜਿਹੜਾ ਭਾਈ ਉਹਨੂੰ ਪੂਜਦਾ, ਉਹਨੂੰ ਧਿਆਉਂਦਾ ਹੈ, ਹਰ ਪ੍ਰਕਾਰ ਦੀ ਪੀੜਾ ਉਹ ਪਰਮੇਸ਼ਰ ਉਹਦੀ ਦੂਰ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਕਿਉਂਕਿ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ। ਉਹ ਸਾਰਿਆਂ ਦੇ ਦੁੱਖ ਦੂਰ ਕਰਨ ਵਾਲਾ ਹੈ, ਸਾਰਿਆਂ ਦੀ ਪੀੜਾ ਨੂੰ ਭੰਨਣ ਵਾਲਾ ਹੈ। ਬੋਰ ਬੋਰ ਤਿਸ ਲਾਗੇ ਪਾਈ। ਮਹਾਰਾਜ ਕਹਿੰਦੇ ਇਸੇ ਕਰਕੇ ਵਾਰ-ਵਾਰ ਵਾਰ-ਵਾਰ ਅਸੀਂ ਉਸ ਪ੍ਰਭੂ ਦੇ ਚਰਨਾਂ ਤੇ ਲੱਗਦੇ ਹਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਭਾਈ ਉਸ ਪਰਮੇਸ਼ਰ ਦੇ ਚਰਨਾਂ ਤੇ ਅਸੀਂ ਵਾਰ-ਵਾਰ ਲੱਗਦੇ ਹਾਂ। ਸਾਲ ਗਿਰਾਮ ਹਮਾਰੇ ਸੇਵਾ। ਕਹਿੰਦੇ ਸਾਡੇ ਵਿੱਚ ਵੀ ਸਾਲਗ੍ਰਾਮ ਦੀ ਪੂਜਾ ਹੈ। ਪੂਜਾ ਅਰਚਾ ਬੰਧਨ ਦੇਵਾ। ਸਾਡਾ ਸਾਲਗ੍ਰਾਮ ਪ੍ਰਕਾਸ਼ ਸਰੂਪ ਹੈ। ਅਸੀਂ ਉਹਦੀ ਪੂਜਾ ਕਰਦੇ ਹਾਂ, ਉਹਦੇ ਅੱਗੇ ਮੱਥਾ ਟੇਕਦੇ ਹਾਂ। ਰਹਾਓ ਘੰਟਾ ਜਾਂ ਕਾ ਸੁਨੀਏ ਚੋਹ ਕੁੰਟ। ਇਹ ਪੰਡਤ ਕਹਿਣ ਲੱਗਾ ਜੀ ਸਾਡੇ ਮੰਦਰਾਂ ਵਿੱਚ ਜੋ ਸਾਲਗ੍ਰਾਮ ਹੁੰਦਾ ਹੈ, ਠਾਕੁਰ ਹੁੰਦਾ ਹੈ, ਉਹਦੀ ਪੂਜਾ ਵਿੱਚ ਘੰਟਾ ਆਦਿਕ ਹੋਰ ਬਹੁਤ ਸਮੱਗਰੀ ਹੁੰਦੀ ਹੈ। ਤੇ ਤੁਹਾਡੇ ਇੱਥੇ ਸਮੱਗਰੀ ਕਿਹੜੀ ਹੈ? ਤੇ ਮਹਾਰਾਜ ਕਹਿੰਦੇ ਉਹਦਾ ਜਿਹੜਾ ਘੰਟਾ ਹੈ ਨਾ, ਉਹ 4 ਕੁੰਟਾਂ ਵਿੱਚ ਸੁਣਿਆ ਜਾਂਦਾ ਹੈ। ਸਾਡੇ ਸਾਲਗ੍ਰਾਮ ਦਾ ਘੰਟਾ 4 ਕੁੰਟਾਂ ਵਿੱਚ ਸੁਣਿਆ ਜਾਂਦਾ ਹੈ। ਘੰਟਾ ਹੈ ਕਿਹੜਾ? ਹੁਕਮ ਰੂਪੀ ਘੰਟਾ ਹੈ, ਜਿਹਦੇ ਬਾਰੇ ਸਤਿਗੁਰੂ ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਕਹਿੰਦੇ ਹੁਕਮ ਰੂਪੀ ਘੰਟਾ ਉਹਦਾ 4 ਕੁੰਟਾਂ ਵਿੱਚ ਸੁਣਿਆ ਜਾਂਦਾ ਹੈ। ਆਸਨ ਜਾ ਕਾ ਸਦਾ ਬੈਕੁੰਠ। ਉਹਦਾ ਜਿਹੜਾ ਆਸਣ ਹੈ ਉਹ ਸਦੀਵ ਕਾਲ ਬੈਕੁੰਠ ਵਿੱਚ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਜਿਹੜਾ ਆਸਣ ਹੈ ਨਾ, ਉਹ ਸਦਾ ਹੀ ਬੈਕੁੰਠ ਵਿੱਚ ਹੈ। ਜਾਂ ਕਾ ਚਵਰ ਸਭ ਉਪਰ ਝੂਲੇ। ਫਿਰ ਉਹਦੇ ਉੱਤੇ ਕਿਸੇ ਦਾ ਚਵਰ ਨਹੀਂ ਝੂਲਦਾ।
ਦੇਖੋ ਪਰਮੇਸ਼ਰ ਉੱਤੇ ਕਿਸੇ ਦਾ ਚਵਰ ਨਹੀਂ ਝੂਲਦਾ, ਪਰ ਪਰਮੇਸ਼ਰ ਦਾ ਚਵਰ ਸਾਰਿਆਂ ਉੱਤੇ ਝੂਲ ਰਿਹਾ ਹੈ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਪਰਮੇਸ਼ਰ ਉੱਤੇ ਚਵਰ ਕਿਸੇ ਦਾ ਨਹੀਂ ਝੂਲਦਾ, ਉਹਦਾ ਚਵਰ ਸਾਰਿਆਂ ਉੱਤੇ ਝੂਲ ਰਿਹਾ ਹੈ, ਸਭਨਾ ਉੱਤੇ ਹੋ ਰਿਹਾ ਹੈ। ਤਾਂ ਕਾ ਧੂਪ ਸਦਾ ਪਰ ਫੁੱਲੈ, ਤੇ ਉਹਦੀ ਜਿਹੜੀ ਧੂਪ ਹੈ ਉਹ ਵੀ ਸਦਾ ਲਾਟਾਂ ਮਾਰ ਰਹੀ ਹੈ। ਗੁਰੂ ਰੂਪ ਖਾਲਸਾ ਜੀ, ਜਿੰਨੀ ਬਨਾਸਪਤੀ ਵਿੱਚੋਂ ਫੁੱਲਾਂ ਵਿੱਚੋਂ ਸੁਗੰਧੀ ਆ ਰਹੀ ਹੈ, ਇਹ ਪਰਮੇਸ਼ਰ ਦੀ ਧੂਪ ਹੈ ਜੋ ਸਦਾ ਹੀ ਲਾਟਾਂ ਮਾਰਦੀ ਹੈ। ਜਿਤਨੀ ਵੀ ਬਨਾਸਪਤੀ ਹੈ, ਇਹ ਜਦੋਂ ਹਵਾ ਦੇ ਨਾਲ ਝੂਲਦੀ ਹੈ, ਇਹ ਸਭਨਾ ਉੱਤੇ ਪਰਮੇਸ਼ਰ ਦਾ ਚਵਰ ਹੋ ਰਿਹਾ ਹੈ। ਜਿਤਨੀ ਬਨਾਸਪਤੀ ਤੁਸੀਂ ਵੇਖਦੇ ਹੋ ਹਵਾ ਨਾਲ ਝੂਲਦੀ ਹੈ, ਝੂਮਦੀ ਹੈ, ਇਹ ਸਭਨਾ ਉੱਤੇ ਭਾਈ ਪਰਮੇਸ਼ਰ ਦਾ ਚਵਰ ਹੈ। ਜਿਤਨੀ ਸੁਗੰਧੀ ਹੈ ਬਨਾਸਪਤੀ ਵਿੱਚ, ਫੁੱਲਾਂ ਵਿੱਚ, ਚੰਦਨ ਆਦਿਕ ਵਿੱਚ, ਇਹ ਪਰਮੇਸ਼ਰ ਦੀ ਧੂਪ ਹੈ। ਮਹਾਰਾਜ ਕਹਿੰਦੇ ਜੋ ਸਦਾ ਹੀ ਲਾਟਾਂ ਮਾਰਦੀ ਹੈ। ਘਟ ਘਟ ਸੰਪਟ ਹੈ ਰੇ ਜਾਂ ਕਾ। ਫਿਰ ਇਹ ਜੋ ਪੰਡਤ ਲੋਕ ਨੇ, ਇਹ ਆਪਣੇ ਠਾਕੁਰ ਨੂੰ, ਉਸ ਪੱਥਰ ਨੂੰ ਇੱਕ ਡੱਬੇ ਵਿੱਚ ਰੱਖਦੇ ਨੇ, ਤੇ ਪੰਡਤ ਕਹਿੰਦਾ ਤੁਹਾਡੇ ਸਾਲਗ੍ਰਾਮ ਦਾ ਡੱਬਾ ਕਿਹੜਾ ਹੈ? ਸੰਪਟ ਡੱਬੇ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਹਿਰਦਾ ਹਿਰਦਾ ਪਰਮੇਸ਼ਰ ਦਾ ਡੱਬਾ ਹੈ, ਕਿਉਂਕਿ ਹਰ ਇੱਕ ਹਿਰਦੇ ਵਿੱਚ ਉਹ ਰਹਿ ਰਿਹਾ ਹੈ, ਹਰ ਇੱਕ ਹਿਰਦੇ ਵਿੱਚ ਉਹਦਾ ਨਿਵਾਸ ਹੈ। ਸਭੈ ਘਟ RAM ਬੋਲੇ, ਰਾਮਾ ਬੋਲੇ, RAM ਬਿਨਾ ਕੋ ਬੋਲੇ ਰੇ। ਮਹਾਰਾਜ ਕਹਿੰਦੇ ਜਿਤਨੇ ਭਾਈ ਘਟ ਹਨ, ਜਿਤਨੇ ਹਿਰਦੇ ਹਨ, ਇਹ ਪਰਮੇਸ਼ਰ ਦੇ ਡੱਬੇ ਹਨ। ਅਭਗ ਸਭਾ ਸੰਗ ਹੈ ਸਾਦਾ। ਜੋ ਸਾਧ ਸੰਗਤ ਹੈ, ਇਹ ਪਰਮੇਸ਼ਰ ਦੀ ਅਤੁੱਟ ਸਭਾ ਹੈ। ਆਰਤੀ ਕੀਰਤਨ ਸਦਾ ਆਨੰਦ। ਤੇ ਕੀਰਤਨ ਵਿੱਚ ਜੋ ਸਦਾ ਹੀ ਆਨੰਦ ਹੈ, ਕੀਰਤਨ ਵਿੱਚ ਗੁਰੂ ਰੂਪ ਖਾਲਸਾ ਜੀ ਕਿਤਨਾ ਆਨੰਦ ਹੈ। ਮਹਾਰਾਜ ਕਹਿੰਦੇ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਤਹਿ ਬਕੁੰਠ ਜਹ ਕੀਰਤਨ ਤੇਰਾ। ਕੀਰਤਨ ਦੇ ਵਿੱਚ ਬੜਾ ਭਾਰੀ ਆਨੰਦ ਹੈ। ਮਹਾਰਾਜ ਕਹਿੰਦੇ ਕੀਰਤਨ ਵਿੱਚ ਜੋ ਭਾਈ ਆਨੰਦ ਹੈ, ਇਹ ਸਦਾ ਹੀ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ। ਸਾਡੇ ਜੋ ਕੀਰਤਨ ਹੁੰਦਾ ਹੈ, ਕੀਰਤਨ ਵਿੱਚ ਜੋ ਆਨੰਦ ਹੈ, ਇਹ ਪਰਮੇਸ਼ਰ ਦੀ ਸਦਾ ਹੀ ਆਰਤੀ ਹੈ। ਮਹਿਮਾ ਸੁੰਦਰ ਸਦਾ ਬੇਅੰਤ। ਬੇਅੰਤ ਬੇਅੰਤ ਉਹਨੂੰ ਜੋ ਅਸੀਂ ਕਹਿੰਦੇ ਹਾਂ, ਇਹ ਪਰਮੇਸ਼ਰ ਦੀ ਅਸੀਂ ਸਦਾ ਹੀ ਸੁੰਦਰ ਮਹਿਮਾ ਕਰਦੇ ਹਾਂ, ਜੋ ਉਹਨੂੰ ਬੇਅੰਤ ਬੇਅੰਤ ਕਹਿੰਦੇ ਹਾਂ। ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ। ਉਹਨੂੰ ਜੋ ਅਸੀਂ ਭਾਈ ਬੇਅੰਤ ਬੇਅੰਤ ਕਹਿੰਦੇ ਆ, ਇਹ ਸਦਾ ਹੀ ਉਸ ਦੀ ਸੁੰਦਰ ਮਹਿਮਾ ਹੈ। ਜਿਸੇ ਪ੍ਰਾਪਤ ਤਿਸ ਹੀ ਲਹਿਣਾ। ਪਰ ਮਹਾਰਾਜ ਕਹਿੰਦੇ ਜਿਹੜਾ ਸਾਡੇ ਵਾਲਾ ਸਾਲਗ੍ਰਾਮ ਹੈ ਨਾ ਪੰਡਤ ਜੀ, ਇਹ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਤੇ ਭਾਗ ਲਿਖੇ ਹੋਏ ਹੋਣ। ਜਿਸ ਹੈ ਪ੍ਰਾਪਤ ਤਿਸ ਹੀ ਲਹਿਣਾ। ਇਹ ਭਾਈ ਪ੍ਰਾਪਤ ਉਹਨਾਂ ਨੂੰ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਸ੍ਰੇਸ਼ਟ ਹੋਣ, ਜਿਨ੍ਹਾਂ ਦੇ ਮੱਥੇ ਦੇ ਭਾਗਾਂ ਵਿੱਚ ਲਿਖਿਆ ਹੋਵੇ, ਉਹਨਾਂ ਨੂੰ ਇਹ ਸਾਡੇ ਵਾਲਾ ਸਾਲਗ੍ਰਾਮ ਪ੍ਰਾਪਤ ਹੁੰਦਾ ਹੈ। ਸੰਤ ਚਰਨ ਉਹ ਆਇਓ ਸਰਨਾ। ਤੇ ਜਿਨ੍ਹਾਂ ਨੂੰ ਵਾਹਿਗੁਰੂ ਰੂਪੀ ਸਾਲਗ੍ਰਾਮ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਦਾ ਲੱਛਣ ਕੀ ਹੈ? ਉਹਨਾਂ ਦਾ ਲੱਛਣ ਕੀ ਹੈ? ਲੱਛਣ ਇਹ ਹੈ ਸੰਤ ਚਰਨ
ਉਹ ਆਇਓ ਸਰਨਾ। ਸੰਤਾਂ ਦੇ ਚਰਨਾਂ ਵਿੱਚ ਆ ਕੇ ਉਹ ਸੰਤਾਂ ਦੀ ਸ਼ਰਨ ਲੈਂਦੇ ਨੇ, ਇਹ ਲੱਛਣ ਹੈ। ਸੰਤਾਂ ਦੇ ਚਰਨਾਂ ਵਿੱਚ ਆ ਕਰਕੇ ਸੰਤਾਂ ਦੀ ਸ਼ਰਨ ਲੈਂਦੇ ਨੇ, ਇਹ ਕਹਿੰਦੇ ਭਾਈ ਉਹਨਾਂ ਦਾ ਲੱਛਣ ਹੈ ਜਿਨ੍ਹਾਂ ਨੂੰ ਭਾਈ ਵਾਹਿਗੁਰੂ ਰੂਪੀ ਸਾਲਗ੍ਰਾਮ ਦੀ ਪ੍ਰਾਪਤੀ ਹੁੰਦੀ ਹੈ। ਹਾਥ ਜੜਿਓ ਹਰ ਸਾਲ ਗਿਰਾਮ, ਕਹਿੰਦੇ ਵਾਹਿਗੁਰੂ ਰੂਪੀ ਸਾਲਗ੍ਰਾਮ ਸਾਡੇ ਹੱਥ ਲੱਗਾ ਹੈ। ਕਹੋ ਨਾਨਕ ਗੁਰ ਕੀਨੋ ਦਾਨ। ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦਾਨ ਸਾਡੇ ਗੁਰੂ ਨੇ ਸਾਨੂੰ ਦਿੱਤਾ ਹੈ। ਜੋ ਵਾਹਿਗੁਰੂ ਰੂਪੀ ਸਾਲਗ੍ਰਾਮ ਸਾਡੇ ਹੱਥ ਲੱਗਾ, ਇਹ ਦਾਨ ਭਾਈ ਸਾਡੇ ਗੁਰੂ ਨੇ ਸਾਨੂੰ ਦਿੱਤਾ ਹੈ। ਹਾਕਲ ਛੰਦ ਏ ਠਾਕਰ ਹਮਰੋ ਭਾਰਾ। ਮਹਾਰਾਜ ਕਹਿੰਦੇ ਇਹ ਸਾਡਾ ਠਾਕੁਰ ਹੈ ਜਿਹੜਾ ਭਾਈ ਬੜਾ ਭਾਰਾ ਹੈ, ਜੋ ਸਭ ਕੋ ਸਦਾ ਸੰਭਾਰਾ। ਜਿਹੜਾ ਸਭ ਦੀ ਸਦਾ ਹੀ ਸੰਭਾਲ ਕਰਦਾ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ। ਕਾਤੋਂ ਡੋਲਦਾ ਹੈ? ਤੇਰੀ ਖਬਰ ਤੇਰੀ ਸਾਰ ਉਹ ਮਾਇਆਪਤੀ ਹਰੀ ਅਕਾਲ ਪੁਰਖ ਵਾਹਿਗੁਰੂ ਲਵੇਗਾ, ਉਹ ਤੇਰੀ ਸਾਂਭ ਕਰੇਗਾ। ਮਹਾਰਾਜ ਕਹਿੰਦੇ ਸਾਡਾ ਠਾਕੁਰ ਸਦਾ ਹੀ ਭਾਈ ਸਭਨਾਂ ਨੂੰ ਸਾਂਭਦਾ ਹੈ। ਪ੍ਰਭ ਊਚੈ ਊਚੈ ਊਚਾ। ਤੇ ਉਹ ਪ੍ਰਭੂ ਉੱਚਿਆਂ ਤੋਂ ਉੱਚਾ, ਉੱਚਿਆਂ ਤੋਂ ਉੱਚਾ ਹੈ। ਜੈ ਸਮਸਰ ਕੋ ਨ ਪਹੁੰਚਾ। ਉਹਦੇ ਸਮਸਰ ਕੋਈ ਵੀ ਨਹੀਂ ਪਹੁੰਚ ਸਕਦਾ, ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਹਮ ਰਿਦ ਮੈਂ ਸਦਾ ਬਸਾਇਓ। ਅਸੀਂ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ, ਉਸ ਪ੍ਰਭੂ ਨੂੰ ਸਦਾ ਹੀ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ। ਉਹ ਸਦਾ ਹੀ ਸਾਡੇ ਹਿਰਦੇ ਵਿੱਚ ਵਸਦਾ ਹੈ। ਨਿਸ ਦਿਓਸ ਨ ਕਬੇ ਭੁਲਾਇਓ। ਦਿਨ ਰਾਤ ਅਸੀਂ ਉਹਨੂੰ ਕਦੇ ਭੁਲਾਉਂਦੇ ਹੀ ਨਹੀਂ। ਦਿਨ ਰਾਤ ਕਦੇ ਵੀ ਅਸੀਂ ਉਹਨੂੰ ਭੁਲਾਉਂਦੇ ਨਹੀਂ, ਉਹਨੂੰ ਭੁੱਲਦੇ ਨਹੀਂ, ਹਰ ਵੇਲੇ ਉਹਨੂੰ ਯਾਦ ਰੱਖਦੇ ਆਂ। ਦਿਨ ਰਾਤ ਉਸੇ ਨੂੰ ਜਪੀ ਜਾਂਦੇ ਆਂ। ਤਾਂ ਹੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵੀ ਇਹ ਹੁਕਮ ਕੀਤਾ ਹੈ, ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਮਹਾਰਾਜ ਕਹਿੰਦੇ ਦਿਨ ਰਾਤ ਅਸੀਂ ਉਹਨੂੰ ਭੁੱਲਦੇ ਨਹੀਂ। ਗਨ ਦੀਨ ਬੰਧੂ ਜਗਨਾਥਾ। ਉਹ ਸਾਰੇ ਜਗਤ ਦਾ ਨਾਥ ਹੈ, ਸਾਰੇ ਜਗਤ ਦਾ ਸੁਆਮੀ ਹੈ, ਮਾਲਕ ਹੈ। ਜਿਤਨੇ ਵੀ ਦੀਨ ਹਨ ਉਹ ਸਭਨਾਂ ਦਾ ਬੰਧੂ ਹੈ। ਨਿਜ ਸੇਵਕ ਕੇ ਨਿਤ ਸਾਥਾ। ਉਹ ਨਿਤ ਹੀ ਆਪਣੇ ਸੇਵਕਾਂ ਦੇ ਨਾਲ ਰਹਿੰਦਾ ਹੈ। ਨਿਤ ਆਪਣੇ ਸੇਵਕਾਂ ਦੇ ਨਾਲ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਕਾਲੰ ਪਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਕਹਿੰਦੇ ਨਿਤ ਹੀ ਉਹ ਆਪਣੇ ਭਾਈ ਸੇਵਕਾਂ ਦੇ ਨਾਲ ਰਹਿੰਦਾ ਹੈ। ਕਰ ਪ੍ਰਗਟ ਆਪਨ ਪੋ ਰੂਪਾ। ਤੇ ਉਹ ਆਪਣੇ ਜਨਾਂ ਵਾਸਤੇ, ਆਪਣੇ ਭਗਤਾਂ ਵਾਸਤੇ, ਆਪਣੇ ਸੇਵਕਾਂ ਵਾਸਤੇ ਆਪਣਾ ਸਰੂਪ ਵੀ ਪ੍ਰਗਟ ਕਰ ਲੈਂਦਾ ਹੈ। ਆਪਣੇ ਭਗਤਾਂ ਦੀ ਰਾਖੀ ਵਾਸਤੇ ਉਹ ਆਪਣਾ ਸਰੂਪ ਪ੍ਰਗਟ ਕਰ ਲੈਂਦਾ ਹੈ। ਓਏ ਭਗਤਨ ਕੇ ਅਨੁਰੂਪਾ। ਉਹ ਸਦਾ ਹੀ ਆਪਣੇ ਭਗਤਾਂ ਦੇ ਅਨੁਸਾਰੀ ਹੈ, ਭਗਤਾਂ ਦੇ ਅਧੀਨ ਹੈ। ਜੈ ਪੀਰ ਪਰੇ ਕਿਤੇ ਆਈ। ਜਿੱਥੇ ਕਿਤੇ ਉਹਦੇ ਭਗਤਾਂ ਨੂੰ ਕੋਈ ਭੀੜ ਪੈ ਜਾਂਦੀ ਹੈ, ਕੋਈ ਔਖਾ ਸਮਾਂ ਬਣ ਜਾਂਦਾ ਹੈ, ਉੱਥੇ ਉਹ ਪਰਮੇਸ਼ਰ ਹਾਜ਼ਰ ਹੋ ਜਾਂਦਾ ਹੈ। ਦੇ ਆਪਨ ਹੱਥ ਬਚਾਈ। ਤੇ ਆਪਣਾ ਹੱਥ ਦੇ ਕੇ ਉਹ ਆਪਣੇ ਜਨਾਂ ਨੂੰ ਬਚਾ ਲੈਂਦਾ ਹੈ, ਆਪਣੇ ਜਨਾਂ ਨੂੰ ਰੱਖ ਲੈਂਦਾ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ। RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਕਹਿੰਦੇ ਉਹ ਪਰਮੇਸ਼ਰ ਭਾਈ ਐਸਾ ਹੈ। ਹੈ ਭਗਤ ਵਚਲ ਤਿਸ ਨਾਮੋ।
ਉਸ ਪਰਮੇਸ਼ਰ ਦਾ ਨਾਮ ਭਗਤ ਵਸ਼ਲ ਹੈ। ਭਗਤ ਵਸ਼ਲ, ਵਸ਼ਲ ਕਹਿੰਦੇ ਪਿਆਰੇ ਨੂੰ, ਉਹ ਆਪਣੇ ਭਗਤਾਂ ਦਾ ਪਿਆਰਾ ਹੈ। ਗਨ ਦੀਨ ਬੰਧੂ ਅਭਿਰਾਮੋ, ਸਾਰੇ ਹੀ ਦੀਨਾਂ ਦਾ ਉਹ ਬੰਧੂ ਹੈ। ਅਭਰਾਮੂ ਕਹੀਏ ਅਤੀ ਸੁੰਦਰ ਹੈ, ਉਹਦੇ ਵਰਗਾ ਕੋਈ ਸੁੰਦਰ ਨਹੀਂ। ਸੋ ਸਦਾ ਗਰੀਬ ਨਿਵਾਜਾ, ਫਿਰ ਉਹ ਸਦਾ ਹੀ ਗਰੀਬ ਨਵਾਜ ਹੈ, ਸਦਾ ਹੀ ਗਰੀਬ ਨਵਾਜ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਵਾਜ ਨਾ ਦੂਸਰ ਤੋਸੋ। ਉਹਦੇ ਵਰਗਾ ਕੋਈ ਗਰੀਬ ਨਵਾਜ ਹੈ ਹੀ ਨਹੀਂ। ਬਹੁ ਅਦਮ ਉਧਾਰਨ ਕਾਜਾ, ਅਦਮਾਂ ਦਾ ਉਧਾਰ ਕਰਨ ਵਾਲਾ ਹੈ। ਜਿਹੜੇ ਅਦਮ ਨੀਚਾਂ ਤੋਂ ਵੀ ਨੀਚ ਐਸੇ ਜੋ ਹਨ, ਉਹ ਪਰਮੇਸ਼ਰ ਭਾਈ ਉਹਨਾਂ ਦਾ ਵੀ ਉਧਾਰ ਕਰਨ ਵਾਲਾ ਹੈ। ਕਬਿਤ ਪ੍ਰਭ ਮਧੁਸੂਦਨ ਗੋਬਿੰਦ ਦਇਆ ਨਿਧ ਹਰ। ਗੁਰੂ ਰੂਪ ਖਾਲਸਾ ਜੀ ਮਹਾਰਾਜ ਕਹਿੰਦੇ ਪ੍ਰਭੂ ਮਧੂਸੂਦਨ ਹੈ, ਪ੍ਰਭੂ ਮਧੂਸੂਦਨ ਹੈ। ਪ੍ਰਭੂ ਦਾ ਅਰਥ ਹੈ ਮਾਲਕ, ਬਲਵਾਨ। ਕਹਿੰਦੇ ਸਾਡਾ ਪ੍ਰਭੂ ਮਧੂਸੂਦਨ ਹੈ। ਮਧੂਸੂਦਨ, ਮਦ ਨਾਮੇ ਦੈਂਤ, ਤੇ ਸੂਦਨ ਨਾਮ ਹੈ ਕੱਟਣ ਵਾਲੇ ਦਾ, ਮਾਰਨ ਵਾਲੇ ਦਾ। ਉਹ ਮਦ ਨਾਮੇ ਦੈਂਤ ਨੂੰ ਮਾਰਨ ਵਾਲਾ ਹੈ। ਫਿਰ ਮਧੂਸੂਦਨ ਦਾ ਅਰਥ ਇਹ ਵੀ ਕਰਦੇ ਨੇ, ਮਦ, ਮਧੂ ਕਹੀਏ ਸ਼ਹਿਦ, ਅੰਮ੍ਰਿਤ, ਤੇ ਸੂਦਨ ਕਹੀਏ ਪਿਆਰਾ। ਉਹ ਅੰਮ੍ਰਿਤ ਵਰਗਾ ਮਿੱਠਾ ਹੈ ਤੇ ਸਭਨਾਂ ਦਾ ਪਿਆਰਾ ਹੈ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਅਰਥ ਪੁੱਛੀਏ ਮਧੂਸੂਦਨ ਦੇ, ਤੇ ਮਧੂਸੂਦਨ ਦੇ ਅਰਥ ਸਤਿਗੁਰੂ ਜੀ ਦੱਸਦੇ ਨੇ, ਮਧੂਸੂਦਨ ਜਗ ਜੀਵਨ ਮਾਧੋ, ਮੇਰੇ ਠਾਕੁਰ ਅਗਮ ਅਪਾਰੇ। ਕਿ ਉਹ ਅਗਮ ਹੈ, ਅਪਾਰ ਹੈ, ਸਾਰੇ ਜਗਤ ਦਾ ਜੀਵਨ ਹੈ, ਸਭਨਾਂ ਦਾ ਆਧਾਰ ਕਹੀਏ ਆਸਰਾ ਹੈ। ਇਹ ਮਧੂਸੂਦਨ ਦੇ ਅਰਥ ਹਨ। ਮਹਾਰਾਜ ਕਹਿੰਦੇ ਮੇਰਾ ਪ੍ਰਭੂ ਮਧੂਸੂਦਨ ਹੈ। ਫਿਰ ਗੋਬਿੰਦ ਦਇਆ ਨਿਧ ਹਰ, ਉਹ ਗੋਬਿੰਦ ਹੈ। ਗੋ ਨਾਮ ਧਰਤੀ ਦਾ ਹੈ, ਬਿੰਦ ਨਾਮ ਰੱਖਿਆ ਕਰਨੇ ਵਾਲੇ ਦਾ ਹੈ। ਉਹ ਸਾਰੀ ਧਰਤੀ ਦੀ ਰੱਖਿਆ ਕਰਨੇ ਵਾਲਾ ਹੈ। ਜੋ ਸਾਰੀ ਧਰਤੀ ਦੀ ਰੱਖਿਆ ਕਰਦਾ ਹੈ, ਉਹਨੂੰ ਗੋਬਿੰਦ ਕਹਿੰਦੇ ਹਨ। ਅੱਗੇ ਕਹਿੰਦੇ ਦਇਆ ਨਿਧ, ਨਿਧ ਨਾਮ ਹੈ ਖਜ਼ਾਨੇ ਦਾ। ਉਹ ਪਰਮੇਸ਼ਰ ਦਇਆ ਦਾ ਖਜ਼ਾਨਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਸਵੇਂ ਪਾਤਸ਼ਾਹ ਜੀ ਕਹਿੰਦੇ ਦੀਨ ਦਇਆਲ, ਦਇਆ ਨਿਧ, ਦੋਖਨ ਦੇਖਤ ਹੈ, ਪਰ ਦੇਤ ਨ ਹਾਰੈ। ਉਹ ਪਰਮੇਸ਼ਰ ਦੀਨਾਂ ਤੇ ਦਇਆ ਕਰਨ ਵਾਲਾ ਦਿਆਲੂ ਹੈ, ਦਇਆ ਦਾ ਖਜ਼ਾਨਾ ਹੈ। ਸਭਨਾਂ ਦੇ ਦੋਸ਼ ਵੇਖਦਾ ਹੈ, ਫਿਰ ਵੀ ਸਾਰਿਆਂ ਨੂੰ ਖਾਣ ਵਾਸਤੇ ਦਿੰਦਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਪਰਦੇ ਵਿੱਚ ਦੋਸ਼ ਕਰਦੇ ਹਾਂ, ਗੁਨਾਹ ਕਰਦੇ ਹਾਂ, ਐਬ ਕਰਦੇ ਹਾਂ। ਇੱਕ ਤਾਂ ਉਹ ਸਾਨੂੰ ਪਤਾ ਨੇ ਤੇ ਦੂਜਾ ਪਰਮੇਸ਼ਰ ਨੂੰ ਪਤਾ ਨੇ, ਕਿਉਂਕਿ ਪਰਮੇਸ਼ਰ ਸਾਡੇ ਸਾਰੇ ਦੋਸ਼, ਐਬ, ਗੁਨਾਹ, ਔਗਣ ਵੇਖਦਾ ਹੈ, ਹਰ ਵੇਲੇ ਤੱਕਦਾ ਹੈ। ਤੇ ਫਿਰ ਇਹ ਨਹੀਂ ਕਹਿੰਦਾ ਵੀ ਇਹ ਨੀਚ ਹੈ, ਅਦਮ ਹੈ, ਇਹਨੂੰ ਖਾਣ ਵਾਸਤੇ ਨਹੀਂ ਦੇਣਾ। ਸਾਡੇ ਹਜ਼ਾਰਾਂ ਦੋਸ਼, ਐਬ, ਗੁਨਾਹ, ਪਾਪ ਵੇਖ ਕੇ ਫਿਰ ਵੀ ਸਾਨੂੰ ਖਾਣ ਵਾਸਤੇ ਦਿੰਦਾ ਹੈ। ਐਸਾ ਉਹ ਦਇਆ ਨਿਧ ਹੈ।
ਉਹ ਦਇਆ ਦਾ ਖਜ਼ਾਨਾ ਹੈ। ਹਰ ਹਰ ਦਾ ਅਰਥ ਹੈ ਹਰ ਕਹੀਏ ਹਰ ਇੱਕ ਜੀਵ ਵਿੱਚ ਆਇਆ ਹੋਇਆ ਹੈ। ਕੋਈ ਐਸਾ ਹੈ ਹੀ ਨਹੀਂ ਜਿਹਦੇ ਵਿੱਚ ਪਰਮੇਸ਼ਰ ਨਾ ਆਇਆ ਹੋਵੇ। ਹਰ ਦੇ ਗੁਰੂ ਰੂਪ ਖਾਲਸਾ ਜੀ ਬੜੇ ਅਰਥ ਨੇ। ਉਹ ਸੁੱਕਿਆਂ ਨੂੰ ਹਰਾ ਭਰਾ ਕਰਨ ਵਾਲਾ ਹੈ। ਜਿਹੜਾ ਸੁੱਕਿਆਂ ਨੂੰ ਹਰਾ ਭਰਾ ਕਰਨ ਵਾਲਾ ਹੈ ਉਹਨੂੰ ਹਰ ਕਹਿੰਦੇ ਨੇ, ਉਹਨੂੰ ਹਰੀ ਕਹਿੰਦੇ ਨੇ। ਸੂਕੇ ਹਰੇ ਕੀਏ ਖਿੰਨ ਮਾਹੇ। ਉਹ ਖਿੰਨ ਵਿੱਚ ਸੁੱਕਿਆਂ ਨੂੰ ਹਰਾ ਕਰ ਦਿੰਦਾ ਹੈ। ਹਰ ਦਾ ਇਹ ਵੀ ਅਰਥ ਹੈ ਕਿ तमाम ਜੀਵਾਂ ਦੇ ਦੁੱਖਾਂ ਨੂੰ ਉਹ ਹਰ ਲੈਣ ਵਾਲਾ ਹੈ, ਚੁਰਾ ਲੈਣ ਵਾਲਾ ਹੈ। ਜਿਤਨੇ ਜੀਵ ਨੇ ਸਭਨਾਂ ਦੇ ਦੁੱਖਾਂ ਨੂੰ ਉਹ ਭਾਈ ਹਰ ਲੈਣ ਵਾਲਾ ਹੈ। ਮਹਾਰਾਜ ਕਹਿੰਦੇ ਸਾਡਾ ਪ੍ਰਭੂ ਮਧੂਸੂਦਨ ਹੈ, ਗੋਬਿੰਦ ਹੈ, ਦਇਆਨਿਧ ਹੈ, ਤੇ ਫਿਰ ਭਾਈ ਉਹ ਹਰੀ ਹੈ। ਮਾਧਵ ਮੁਕੰਦ ਦੁਖ ਦੁੰਦ ਕੇ ਕਟਈਆ ਹੈ। ਉਹ ਮਾਧਵ ਹੈ। ਮੁਕੰਦ, ਮੁਕ ਨਾਮ ਹੈ ਮੁਕਤੀ ਦਾ, ਦਾ ਨਾਮ ਹੈ ਦਾਤੇ ਦਾ। ਉਹ ਮੁਕਤੀ ਦਾ ਦਾਤਾ ਹੈ। ਮੁਕੰਦ ਦਾ ਇਹ ਅਰਥ ਹੈ। ਮੁਕ ਨਾਮ ਮੁਕਤੀ, ਦਾ ਨਾਮ ਦਾਤਾ। ਉਹ ਭਾਈ ਮੁਕਤੀ ਦਾ ਦਾਤਾ ਹੈ। ਦੁੱਖ ਦੁੰਦ ਕੇ ਕਟਈਆ ਹੈ। ਜਿਤਨੇ ਦੁੱਖ ਦੁੰਦ ਨੇ ਸਭਨਾਂ ਨੂੰ ਪਰਮੇਸ਼ਰ ਕੱਟਣ ਵਾਲਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਤਨੇ ਦੁੱਖ ਦੁੰਦ ਹਨ ਸਭਨਾਂ ਨੂੰ ਕੱਟਣ ਵਾਲਾ ਹੈ। ਸਿਰਿਪਤ ਅਖਿਲ ਪਤੀ ਮਹਿਦ ਜਗਤ ਪਤੀ। ਫਿਰ ਸ਼੍ਰੀਪਤੀ ਉਹ ਮਾਇਆਪਤੀ ਹੈ। ਅਖਿਲ ਪਤੀ ਮਹਿਦ, ਅਖਿਲ ਦਾ ਅਰਥ ਹੈ ਸਾਰੇ। ਫਿਰ ਉਹ ਸਾਰਿਆਂ ਦਾ ਪਤੀ ਹੈ। ਮਹਿਦ ਕਹੀਏ ਬਹੁਤ ਵੱਡਾ ਹੈ। ਸੀਤਾਪਤੀ ਰਮਾਪਤੀ ਸੇਵਕ ਸਹਾਇਆ ਹੈ। ਸਾਰੇ ਜਗਤ ਦਾ ਪਤੀ ਹੈ। ਉਹ ਸੀਤਾਪਤੀ ਹੈ, ਰਮਾਪਤੀ ਹੈ, ਤੇ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਵਾਲਾ ਹੈ। ਈਸ਼ਰ ਆਨੰਦ ਰੂਪਾ ਚੁੱਤ ਅਨੂਪ ਗੁਰ। ਉਹ ਭਾਈ ਈਸ਼ਵਰ ਆਨੰਦ ਸਰੂਪ ਹੈ। ਫਿਰ ਉਹ ਅਚੁੱਤ ਹੈ। ਅਚੁੱਤ ਤੋਂ ਭਾਵ ਕਿ ਉਹ ਅਜਨਮਾ ਹੈ। ਕਿਸੇ ਵੀ ਮਾਂ ਦੀ ਕੁੱਖ ਤੋਂ ਉਹਦਾ ਜਨਮ ਨਹੀਂ ਹੋਇਆ, ਇਸ ਕਰਕੇ ਉਹਨੂੰ ਅਚੁੱਤ ਕਹਿੰਦੇ ਨੇ। ਫਿਰ ਅਨੂਪ ਗੁਰ, ਉਹ ਪਰਮੇਸ਼ਰ ਉਪਮਾ ਤੋਂ ਰਹਿਤ ਹੈ। ਗੁਰ ਕਹੀਏ ਸਭਨਾ ਤੋਂ ਵੱਡਾ ਹੈ। ਊਪਨ ਕੋ ਭੂਪਤ ਹੰਕਾਰ ਕੇ ਹਰਈਆ ਹੈ। ਉਹ ਰਾਜਿਆਂ ਦਾ ਰਾਜਾ ਹੈ। ਰਾਜਿਆਂ ਦਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਦਾਸ ਜਾਨ ਕਰ ਕਿਰਪਾ ਕਰਹੁ ਮੋਹੇ, ਹਰ ਪਰਾ ਮੈਂ ਆਨ ਦੁਆਰ ਤੋਹੇ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਕੋਈ ਹਰ ਸਮਾਨ ਨਹੀਂ ਰਾਜਾ। ਮਹਾਰਾਜ ਕਹਿੰਦੇ ਉਹ ਭਾਈ ਰਾਜਿਆਂ ਦਾ ਰਾਜਾ ਹੈ, ਤੇ ਫਿਰ ਹੰਕਾਰ ਕੇ ਹਰਈਆ ਹੈ। ਤੇ ਹੰਕਾਰ ਨੂੰ ਹਰ ਲੈਣ ਵਾਲਾ ਹੈ। ਉਹ ਹੰਕਾਰ ਨੂੰ ਨਾਸ਼ ਕਰਨ ਵਾਲਾ ਹੈ, ਕਿਉਂਕਿ ਹੰਕਾਰ ਉਹਨੂੰ ਪਾਉਂਦਾ ਨਹੀਂ। ਹਰ ਜੂ ਹੰਕਾਰ ਨਾ ਪਾਵਾਈ। ਉਹ ਹੰਕਾਰ ਨੂੰ ਨਾਸ਼ ਕਰਨ ਵਾਲਾ ਹੈ। ਪਾਰ ਬ੍ਰਹਮ ਪੂਰਨ ਅਨੇਕ ਰਿਪ ਚੂਰਨ। ਉਹ ਪਾਰ ਬ੍ਰਹਮ ਸਾਰੇ ਹੀ ਪਰਿਪੂਰਨ ਹੈ। ਅਨੇਕਾਂ ਵੈਰੀਆਂ ਨੂੰ ਉਹ ਚੂਰਨ ਕਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਅਨੰਤ ਕਰਤਾਰ ਸਭ ਜੀਵਨ ਦੇਵਈਆ ਹੈ। ਅਨੰਤ ਹੈ, ਅੰਤ ਤੋਂ ਰਹਿਤ ਹੈ, ਫਿਰ ਉਹ ਕਰਤਾਰ ਹੈ। ਕਰਤਾਰ ਦਾ ਅਰਥ ਕੀ ਹੈ? ਗੁਰੂ ਰੂਪ ਖਾਲਸਾ ਜੀ ਇਹ ਸ਼ਬਦ ਗੁਰਬਾਣੀ ਵਿੱਚ ਵਾਰ-ਵਾਰ ਆਉਂਦੇ ਨੇ। ਕਰਤਾਰ
ਕਰ ਨਾਮ ਹੈ ਹੱਥ ਦਾ, ਤਾਰ ਨਾਮ ਹੈ ਤਾਰਨੇ ਵਾਲੇ ਦਾ। ਉਹ ਆਪਣੇ ਜਨਾਂ ਨੂੰ ਹੱਥ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ, ਇਸ ਕਰਕੇ ਉਹ ਕਰਤਾਰ ਹੈ। ਫਿਰ ਸਭ ਜੀਵਨ ਦੀਵਈਆ ਹੈ, तमाम ਜੀਵਾਂ ਨੂੰ ਉਹ ਜੀਵਨ ਦੇਣ ਵਾਲਾ ਹੈ। ਅਸੀਂ ਜੇ ਗੁਰੂ ਰੂਪ ਖਾਲਸਾ ਜੀ ਇਹ ਜੀਵਨ ਜੀ ਰਹੇ ਹਾਂ, ਇਹ ਜੀਵਨ ਕਿਹਦਾ ਦਿੱਤਾ ਹੋਇਆ ਹੈ? ਇਹ ਉਸ ਪਰਮੇਸ਼ਰ ਦਾ ਦਿੱਤਾ ਹੋਇਆ ਹੈ। ਉਹ ਸਾਰਿਆਂ ਨੂੰ ਜੀਵਨ ਦੇਣ ਵਾਲਾ ਹੈ। ਦੋਹਰਾ ਇਸ ਪ੍ਰਕਾਰ ਠਾਕਰ ਪ੍ਰਭੂ ਸਾਲ ਕੇ ਰਾਮ ਵਿਸਾਲ। ਮਹਾਰਾਜ ਕਹਿੰਦੇ ਇਸ ਪ੍ਰਕਾਰ ਦਾ ਭਾਈ ਸਾਡਾ ਠਾਕੁਰ ਹੈ, ਸਾਡਾ ਪ੍ਰਭੂ ਹੈ, ਸਾਡਾ ਬਹੁਤ ਵੱਡਾ ਸਾਲਗ੍ਰਾਮ ਹੈ। ਐਸਾ ਪ੍ਰਭੂ ਸਾਡਾ ਬਹੁਤ ਵੱਡਾ ਸਾਲਗ੍ਰਾਮ ਹੈ। ਸ਼੍ਰੀ ਗੁਰ ਅਰਜਨ ਬਰਨਿਓ ਸੁਨਤ ਬਿਪਰ ਤਿਸ ਕਾਲ। ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਤੇ ਉਸ ਪੰਡਤ ਨੇ ਸੁਣੇ ਹਨ। ਦੋਹਰਾ ਸੁਨ ਕਰ ਬੋਲਿਓ ਬਿਪਰ ਤਬ ਪਾਖਾ ਬਾਨੀ ਇਹ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਇਹ ਵਿਪਰ ਬੋਲਿਆ। ਇਹ ਪੰਡਤ ਕਹਿਣ ਲੱਗਾ ਕਿ ਮਹਾਰਾਜ ਇਹ ਜਿਹੜੀ ਤੁਹਾਡੀ ਬਾਣੀ ਹੈ ਇਹ ਭਾਸ਼ਾ ਵਿੱਚ ਹੈ। ਜਿਹੜੀ ਤੁਹਾਡੀ ਬਾਣੀ ਹੈ ਗੁਰੂ ਬਾਣੀ ਹੈ, ਇਹ ਭਾਸ਼ਾ ਵਿੱਚ ਹੈ। ਸੰਸਕ੍ਰਿਤ ਹਮ ਕੋ ਰੁਚੈ ਪਠੈ ਸੁਨੇ ਤਰਨੇ। ਸਾਨੂੰ ਤਾਂ ਸੰਸਕ੍ਰਿਤ ਭਾਉਂਦੀ ਹੈ, ਸਾਨੂੰ ਸੰਸਕ੍ਰਿਤ ਚੰਗੀ ਲੱਗਦੀ ਹੈ। ਅਸੀਂ ਪੂਰੇ ਨੇਹ ਦੇ ਨਾਲ ਸੰਸਕ੍ਰਿਤ ਨੂੰ ਪੜ੍ਹਦੇ ਔਰ ਸੁਣਦੇ ਹਾਂ। ਹਾਕਲ ਛੰਦ ਪਰਮਾਣ ਕਰੇ ਤਿਸ ਕੇਰਾ। ਅਸੀਂ ਤਾਂ ਸੰਸਕ੍ਰਿਤ ਨੂੰ ਹੀ ਮੰਨਦੇ ਹਾਂ। ਕਹਿੰਦਾ ਭਾਸ਼ਾ ਨੂੰ ਨਹੀਂ ਮੰਨਦੇ, ਕਿਉਂਕਿ ਸਤਿਗੁਰਾਂ ਨੇ ਇਹਦੇ ਪਰਥਾਏ ਦੋ ਸ਼ਬਦ ਉਚਾਰਨ ਕੀਤੇ ਨੇ। ਪਹਿਲਾ ਸ਼ਬਦ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ। ਦੂਜਾ ਆਠ ਪਹਿਰ ਉਦਕ ਇਸ਼ਨਾਨੀ। ਇਹ ਸ਼ਬਦ ਆਸਾ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਤੇ ਇਹ ਦੋਵੇਂ ਸ਼ਬਦ ਭਾਸ਼ਾ ਵਿੱਚ ਸੁਣ ਕਰਕੇ ਇਹ ਕਹਿੰਦਾ ਜੀ ਸਾਨੂੰ ਇਹ ਭਾਸ਼ਾ ਨਹੀਂ ਚੰਗੀ ਲੱਗਦੀ, ਸਾਨੂੰ ਤਾਂ ਸੰਸਕ੍ਰਿਤ ਚੰਗੀ ਲੱਗਦੀ ਹੈ ਤੇ ਅਸੀਂ ਤਾਂ ਸੰਸਕ੍ਰਿਤ ਨੂੰ ਹੀ ਮੰਨਦੇ ਹਾਂ। ਕਲਿਆਣ ਸੁਦੇਤ ਉਚੇਰਾ। ਕਿਉਂਕਿ ਜਿਹੜੀ ਸੰਸਕ੍ਰਿਤ ਹੈ ਉਹ ਕਲਿਆਣ ਦਿੰਦੀ ਹੈ ਤੇ ਬਹੁਤ ਉੱਚਾ ਕਰ ਦਿੰਦੀ ਹੈ। ਸੁਰ ਬਾਣੀ ਜਾਣੋ ਸੋਈ। ਤੇ ਸੰਸਕ੍ਰਿਤ ਨੂੰ ਤੁਸੀਂ ਦੇਵ ਬਾਣੀ ਜਾਣੋ। ਸੰਸਕ੍ਰਿਤ ਦੇਵਤਿਆਂ ਦੀ ਬਾਣੀ ਹੈ। ਪਠ ਵਿਦਿਆਲੇ ਸਭ ਕੋਈ। ਤੇ ਸੰਸਕ੍ਰਿਤ ਨੂੰ ਪੜ੍ਹ ਕੇ ਹਰ ਕੋਈ ਵਿਦਿਆ ਦੀ ਪ੍ਰਾਪਤੀ ਕਰਦਾ ਹੈ। ਕਿਆ ਭਾਖਾ ਤੇ ਹੋਏ ਜਾਵੇ। ਤੇ ਇਹ ਜਿਹੜੀ ਤੁਹਾਡੀ ਭਾਸ਼ਾ ਹੈ ਇਹ ਤੋਂ ਦੱਸੋ ਕੀ ਹੋਵੇਗਾ, ਇਹ ਤੋਂ ਕੀ ਬਣੇਗਾ। ਜੈ ਲੋਕ ਨਹੀਂ ਮੰਨ ਲਿਆਵੇ। ਜਿਸ ਭਾਸ਼ਾ ਨੂੰ ਪੰਡਤ ਲੋਕ ਆਪਣੇ ਮਨ ਵਿੱਚ ਲੈ ਕੇ ਨਹੀਂ ਆਉਂਦੇ, ਇਹ ਜਿਹੜੀ ਭਾਸ਼ਾ ਹੈ ਇਹਨੂੰ ਭਾਈ ਪੰਡਤ ਲੋਕ ਆਪਣੇ ਮਨ ਵਿੱਚ ਲੈ ਕੇ ਨਹੀਂ ਆਉਂਦੇ। ਪੰਡਤ ਲੋਕ ਤਾਂ ਸੰਸਕ੍ਰਿਤ ਨੂੰ ਮੰਨਦੇ ਹਨ। ਕਿਮ ਕਰ ਹੈ ਸ਼ੁਭ ਗਤ ਇਹੀ। ਫਿਰ ਦੱਸੋ ਇਹ ਜੋ ਭਾਸ਼ਾ ਹੈ ਇਹ ਕਿਵੇਂ ਸ਼ੁਭ ਗਤੀ ਕਰੇਗੀ। ਸਤਿਗੁਰੂ ਜੀ ਦੱਸੋ ਇਹ ਜਿਹੜੀ ਭਾਸ਼ਾ ਹੈ ਇਹ ਸ਼ੁਭ ਗਤ ਕਿਵੇਂ ਕਰੇਗੀ। ਜਿਸ ਵਿਖੇ ਜੁਗਤ ਨੈ ਕੇਹੀ। ਜਿਹਦੇ ਵਿੱਚ ਕੋਈ ਜੁਗਤੀ ਹੈ ਹੀ ਨਹੀਂ। ਕਹਿੰਦਾ ਭਾਸ਼ਾ ਵਿੱਚ ਕੋਈ ਜੁਗਤੀ ਹੈ ਹੀ ਨਹੀਂ। ਸੁਨ ਬੋਲੇ ਗੁਰੂ ਪ੍ਰਬੀਨਾ। ਸੁਣ ਕੇ ਪ੍ਰਵੀਨ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ ਹਨ। ਬਿਨ ਭਾਖਾ ਸੰਸਕ੍ਰਿਤ ਹੀਨਾ। ਮਹਾਰਾਜ ਕਹਿੰਦੇ ਭਾਸ਼ਾ ਤੋਂ ਬਿਨਾ ਸੰਸਕ੍ਰਿਤ ਹੀਨ ਹੈ। ਭਾਸ਼ਾ ਤੋਂ ਬਿਨਾ ਇਹ ਜਿਹੜੀ ਸੰਸਕ੍ਰਿਤ ਹੈ ਇਹ ਮੁਹਤਾਜ ਹੈ।
ਜਗਿਆਸੂ ਨਹਿਨ ਉਧਾਰੈ। ਫਿਰ ਜਗਿਆਸੂਆਂ ਦਾ ਇਹ ਉਧਾਰ ਨਹੀਂ ਕਰ ਸਕਦੀ। ਸੰਸਕ੍ਰਿਤ ਜਗਿਆਸੂਆਂ ਦਾ ਉਧਾਰ ਨਹੀਂ ਕਰ ਸਕਦੀ। ਕਿਮ ਭਗਤ ਗਿਆਨ ਸਿੱਖ ਧਾਰੈ। ਦੱਸੋ ਵੀ ਭਗਤੀ ਤੇ ਗਿਆਨ ਦੀ ਸਿੱਖਿਆ ਸੰਸਕ੍ਰਿਤ ਤੋਂ ਜਗਿਆਸੂ ਕਿਵੇਂ ਲੈਣਗੇ? ਜਬ ਪਠੋ ਸ਼ਲੋਕ ਉਚਾਰੀ। ਜਦੋਂ ਤੁਸੀਂ ਸੰਸਕ੍ਰਿਤ ਦੇ ਸ਼ਲੋਕ ਉਚਾਰਨ ਕਰਦੇ ਹੋ, ਵੇਦਾਂ ਦੀਆਂ ਸੁਰਤੀਆਂ ਪੜ ਪੜ ਕੇ ਸੁਣਾਉਂਦੇ ਹੋ, ਨੈ ਸਮਝੇ ਕੋ ਨਰ ਨਾਰੀ। ਉਹ ਸ਼ਲੋਕ ਕਿਸੇ ਵੀ ਨਰ ਤੇ ਨਾਰੀ ਦੀ ਸਮਝ ਵਿੱਚ ਨਹੀਂ ਪੈਂਦੇ। ਗੱਜ ਕੇ ਆਖੋ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ। ਵਾਹਿਗੁਰੂ। ਸੰਸਕ੍ਰਿਤ ਦੇ ਸ਼ਲੋਕ ਤੁਸੀਂ ਪੜ੍ਹਦੇ ਹੋ, ਚਾਹੇ ਕੋਈ ਨਰ ਹੈ ਚਾਹੇ ਕੋਈ ਨਾਰੀ ਹੈ, ਕਿਸੇ ਦੀ ਸਮਝ ਵਿੱਚ ਨਹੀਂ ਪੈਂਦੇ। ਵਿੱਚ ਭਾਖਾ ਅਰਥ ਬਖਾਨੇ। ਉਹਨਾਂ ਸ਼ਲੋਕਾਂ ਦੇ ਅਰਥ ਤਾਂ ਤੁਸੀਂ ਭਾਸ਼ਾ ਵਿੱਚ ਕਹਿੰਦੇ ਹੋ, ਉਹਨਾਂ ਸ਼ਲੋਕਾਂ ਦੇ ਅਰਥ ਤੁਸੀਂ ਭਾਸ਼ਾ ਵਿੱਚ ਵਿਖਿਆਨ ਕਰਦੇ ਹੋ। ਤਬ ਸਭ ਅਜਾਨ ਪੀ ਜਾਣੇ। ਤੇ ਉਸ ਵੇਲੇ ਜਿਹੜੇ ਅਣਜਾਣ ਨੇ ਉਹ ਵੀ ਸਾਰੀ ਗੱਲ ਜਾਣ ਲੈਂਦੇ ਨੇ, ਸਮਝ ਲੈਂਦੇ ਹਨ। ਬਿਨ ਭਾਖਾ ਸਰਿਓ ਨ ਕਾਮੂ। ਕਹਿੰਦੇ ਭਾਸ਼ਾ ਤੋਂ ਬਿਨਾ ਭਾਈ ਤੁਹਾਡਾ ਵੀ ਕੰਮ ਨਹੀਂ ਸਰਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਸ਼ਾ ਤੋਂ ਬਿਨਾ ਤੁਹਾਡਾ ਵੀ ਕੰਮ ਨਹੀਂ ਸਰਦਾ। ਉਪਦੇਸ਼ ਨ ਪਾ ਅਬਿਰਾਮੂ। ਜਿਹੜਾ ਸੁੰਦਰ ਉਪਦੇਸ਼ ਹੈ, ਭਾਸ਼ਾ ਤੋਂ ਬਿਨਾ ਤੁਸੀਂ ਕਿਸੇ ਨੂੰ ਨਹੀਂ ਦੇ ਸਕਦੇ। ਚਾਹੇ ਲੱਖਾਂ ਸ਼ਲੋਕ ਪੂਰੇ ਸ਼ੁੱਧ ਉਚਾਰਨ ਦੇ ਨਾਲ ਪੜ੍ਹੀ ਜਾਓ, ਪਰ ਭਾਸ਼ਾ ਤੋਂ ਬਿਨਾ ਤੁਸੀਂ ਕਿਸੇ ਨੂੰ ਸੁੰਦਰ ਉਪਦੇਸ਼ ਨਹੀਂ ਦੇ ਸਕਦੇ। ਕਲਿਆਣ ਨਾ ਸਿੱਖ ਕੋ ਕੀਨਾ। ਕਹਿੰਦੇ ਸੰਸਕ੍ਰਿਤ ਨੇ ਆਪਣੇ ਸਿੱਖਾਂ ਦਾ ਕਲਿਆਣ ਨਹੀਂ ਕੀਤਾ। ਜਿਸ ਬਿਨਾ ਪਾਈ ਫਲ ਹੀ ਨਾ। ਇਸ ਕਰਕੇ ਉਹ ਭਾਸ਼ਾ ਤੋਂ ਬਿਨਾ ਸੰਸਕ੍ਰਿਤ ਫਲ ਤੋਂ ਹੀਣ ਹੈ। ਭਾਸ਼ਾ ਤੋਂ ਬਿਨਾ ਜਿਹੜੀ ਸੰਸਕ੍ਰਿਤ ਹੈ, ਇਹ ਭਾਈ ਫਲ ਤੋਂ ਹੀਣੀ ਹੈ। ਲੱਖ ਮੂਲ ਸੋ ਭਾਖਾਇਆਂ ਤੇ। ਇਸ ਕਰਕੇ ਪੰਡਤ ਜੀ ਸੰਸਕ੍ਰਿਤ ਨੂੰ ਨਹੀਂ, ਤੁਸੀਂ ਭਾਸ਼ਾ ਨੂੰ ਮੂਲ ਜਾਣੋ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸੰਸਕ੍ਰਿਤ ਨੂੰ ਨਹੀਂ, ਭਾਸ਼ਾ ਨੂੰ ਮੂਲ ਜਾਣੋ। ਜੈ ਪਠੇ ਸਕਲ ਬਰਸਾਤੇ। ਜਿਸ ਭਾਸ਼ਾ ਨੂੰ ਪੜ੍ਹ ਕੇ ਸਾਰੇ ਹੀ ਵਰੋਸਾਏ ਜਾਂਦੇ ਨੇ। ਇਹ ਜਿਹੜੀ ਭਾਸ਼ਾ ਹੈ, ਭਾਸ਼ਾ ਵਿੱਚ ਜੋ ਗੁਰਬਾਣੀ ਹੈ, ਇਹਨੂੰ ਪੜ੍ਹ ਕੇ ਸਾਰੇ ਹੀ ਵਰੋਸਾਏ ਜਾਂਦੇ ਹਨ। ਬਿਨ ਸੰਸਕ੍ਰਿਤ ਜੋ ਭਾਖਾ। ਸੰਸਕ੍ਰਿਤ ਤੋਂ ਬਿਨਾ ਜੋ ਭਾਸ਼ਾ ਹੈ, ਵਿੱਚ ਭਗਤ ਗਿਆਨ ਜਿਸ ਰਾਖਾ। ਇਹਦੇ ਵਿੱਚ ਭਗਤੀ ਔਰ ਗਿਆਨ ਰੱਖਿਆ ਹੋਇਆ ਹੈ। ਸਭ ਸਮਝ ਲਏ ਨਰ ਨਾਰੀ। ਤੇ ਇਸ ਗਿਆਨ ਤੇ ਭਗਤੀ ਨੂੰ ਸਾਰੇ ਨਰ ਤੇ ਨਾਰੀ ਸਮਝ ਲੈਂਦੇ ਹਨ। ਗਤ ਕਾਰਜ ਲੈ ਸੁਧਾਰੀ। ਤੇ ਉਹ ਮੁਕਤੀ ਦਾ ਕਾਰਜ ਆਪਣਾ ਸੁਧਾਰ ਲੈਂਦੇ ਨੇ, ਸਵਾਰ ਲੈਂਦੇ ਹਨ। ਇਹ ਇਕੱਲੀ ਦੇ ਕਲਿਆਣਾ। ਕਹਿੰਦੇ ਜਿਹੜੀ ਭਾਸ਼ਾ ਹੈ, ਇਹ ਇਕੱਲੀ ਹੀ ਆਪਣੇ ਸਿੱਖਾਂ ਨੂੰ ਕਲਿਆਣ ਦੇ ਦਿੰਦੀ ਹੈ। ਇਹ ਜਗਿਆਸੂਆਂ ਦਾ ਕਲਿਆਣ ਕਰ ਦਿੰਦੀ ਹੈ, ਜਗਿਆਸੂਆਂ ਦਾ ਭਲਾ ਕਰ ਦਿੰਦੀ ਹੈ। ਜੋ ਸੁਨੇ ਕਮਾਏ ਸੋ ਜਾਨਾ। ਜਿਹੜੇ ਭਾਈ ਇਹਨੂੰ ਸੁਣ ਕੇ ਕਮਾ ਲੈਂਦੇ ਨੇ, ਉਹ ਆਪਣੇ ਆਤਮ ਸਰੂਪ ਨੂੰ ਜਾਣ ਲੈਂਦੇ ਹਨ। ਪਠ ਕਰੇ ਵਿਚਾਰ ਸੁਖੈਨਾ। ਤੇ ਫਿਰ ਇਸ ਭਾਸ਼ਾ ਨੂੰ ਪੜ੍ਹ ਕੇ ਉਹ ਸੁਖੈਨ ਹੀ ਇਹਦੀ ਵਿਚਾਰ ਕਰ ਲੈਂਦੇ ਹਨ। ਸ਼ੁਭ ਪਠਨ ਕਠਨ ਕੁਛ ਹੈ ਨਾ। ਇਹਦਾ ਪੜ੍ਹਨਾ ਬੜਾ ਸ਼ੁਭ ਹੈ। ਤੇ ਇਸ ਭਾਸ਼ਾ ਨੂੰ, ਗੁਰਬਾਣੀ ਨੂੰ ਪੜ੍ਹਨਾ ਕੋਈ ਕਠਨ ਨਹੀਂ, ਕੋਈ ਔਖਾ ਨਹੀਂ। ਦਿਨ ਥੋਰਨ ਲੈ ਕਲਿਆਣਾ। ਜਿਹੜਾ ਇਹਨੂੰ ਪੜ੍ਹ ਕੇ ਕਮਾ ਲੈਂਦਾ ਹੈ, ਉਹ ਥੋੜੇ ਹੀ ਦਿਨਾਂ ਵਿੱਚ ਕਲਿਆਣ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਥੋੜੇ ਹੀ ਦਿਨਾਂ ਵਿੱਚ ਆਪਣਾ ਕਲਿਆਣ ਕਰ ਲੈਂਦਾ ਹੈ। ਸੁਨ ਪਠੇ ਕਮਾਵੇ ਨਾਨਾ। ਤੇ ਇਹਨੂੰ ਸੁਣ ਕਰਕੇ ਭਾਈ ਕਈਆਂ ਨੇ ਇਹਦੀ ਕਮਾਈ ਕੀਤੀ ਹੈ। ਦੋਹਰਾ ਚਾਹਤ ਨਹੀਂ ਸਹਾਇਤਾ। ਸੰਸਕ੍ਰਿਤ ਕੀ ਇਹੋ। ਮਹਾਰਾਜ ਕਹਿੰਦੇ ਇਹ ਜੋ ਭਾਸ਼ਾ ਹੈ, ਇਹ ਸੰਸਕ੍ਰਿਤ ਦੀ ਸਹਾਇਤਾ ਨਹੀਂ ਚਾਹੁੰਦੀ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸੰਸਕ੍ਰਿਤ
ਭਾਸ਼ਾ ਤੋਂ ਬਿਨਾ ਮੁਹਤਾਜ ਹੈ। ਤੇ ਜਿਹੜੀ ਭਾਸ਼ਾ ਹੈ ਇਹ ਸੰਸਕ੍ਰਿਤ ਦੀ ਸਹਾਇਤਾ ਨਹੀਂ ਚਾਹੁੰਦੀ। ਕਟਕ ਮੋਹ ਕੋ ਬਿਕਟ ਜੋ ਕਾਟੇ ਲੇਹਾ ਦੇਹੋ। ਇਹ ਭਾਈ ਭਾਸ਼ਾ ਜਿਹੜੀ ਮੋਹ ਦੀ ਸੈਨ ਹੈ ਉਹਨੂੰ ਹੱਥੋਂ ਹੱਥੀ ਕੱਟ ਦਿੰਦੀ ਹੈ। ਮੋਹ ਦੀ ਸੈਨਾ ਨੂੰ ਹੱਥੋਂ ਹੱਥੀ ਨਾਸ਼ ਕਰ ਦਿੰਦੀ ਹੈ। ਜਥਾ ਸੋ ਪਟ ਅਤ ਰਥੀ ਹੋਏ ਲਰਤ ਨੈ ਚਹਿਤ ਸਹਾਏ। ਹੋਰ ਵੀ ਗੁਰੂ ਰੂਪ ਖਾਲਸਾ ਜੀ ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪੰਡਤ ਦੀ ਨਿਸ਼ਾ ਤਸੱਲੀ ਕਰਾਉਣੀ ਹੈ ਤੇ ਫਿਰ ਜਿਵੇਂ ਇਸ ਪੰਡਤ ਨੇ ਸਤਿਗੁਰਾਂ ਦਾ ਸਿੱਖ ਹੋਣਾ ਹੈ ਉਹ ਕਥਾ ਆਪਾਂ ਕੱਲ ਦੇ ਪ੍ਰਕਰਨ ਅੰਦਰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਨੂੰ ਮਾਫ ਕਰ ਦੇਣਾ।